लंबे देर तक गले 'ਚ खराश रहती है, आवाज़ चली जाती है 20-20 दिन तक। ये सारे जो सिम्पटम्स हैं ये वायरल फीवर ਦੇ ਵੀ ਹੋ ਸਕਦੇ ਨੇ, ਇਹ ਕੋਵਿਡ ਦੇ ਵੀ ਕਾਮਨ ਸਿम्पटम्स ਨੇ। ਹੁਣ ਤੱਕ ਜੀ ਗਵਰਨਮੈਂਟ ਆਫ ਇੰਡੀਆ ਤੋਂ 2 ਡੈਥਸ ਡਿਕਲੇਅਰ ਕੀਤੀਆਂ ਹੈ। ਜਿੰਨੇ ਜਾਣ ਪਛਾਣ ਦੇ ਲੋਕ हैं ਜਾਂ ਜੋ ਵੀ ਕੰਟੈਕਟ 'ਚ ਹੈ ਉਹ ਫॉर श्योर ਇਨਫੈਕਟਡ ਹੋਏਗਾ। H3N2 ਵਾਇਰਸ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ੇ ਬਣ ਗਿਆ ਕਿਉਂਕਿ ਕੋਵਿਡ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਨੇ ਕਿ ਇਹ ਬਹੁਤ ਖਤਰਨਾਕ ਵਾਇਰਸ ਹੈ। ਪਰ ਕੀ ਵਾਕਈ ਖਤਰਨਾਕ ਹੈ? ਕਿ ਵਾਕਈ ਇਹਦੇ ਜਿਹੜੇ ਸਿੰਪਟਮ ਨੇ ਉਹ ਕੋਵਿਡ ਵਰਗੇ ਨੇ? ਕਿ ਵਾਕਈ ਇਹ ਇੰਨਾ ਖਤਰਨਾਕ ਹੈ ਜਿਸ ਤਰੀਕੇ ਨਾਲ ਕੋਵਿਡ ਨੇ ਜਾਨਾਂ ਲਿੱਤੀਆਂ ਸੀਗੀਆਂ ਇਹ ਵੀ ਲੈ ਸਕਦਾ ਹੈ? ਇਹ ਕਈ ਸਾਰੀ ਕੁਐਰੀਜ਼ ਲੋਕ ਜਿਹੜੇ ਨੇ ਉਹ ਪੁੱਛ ਰਹੇ ਨੇ ਤੇ ਆਖਿਰਕਾਰ ਜਾਣ ਰਹੇ ਨੇ ਕਿ ਇਹਦੇ ਸਿੰਪਟਮਸ ਕੀ ਨੇ, ਕਿਸ ਤਰੀਕੇ ਦਾ ਅਸਰ ਇਹ ਦਿਖਾਏਗਾ ਤੇ ਕਿੰਨਾ ਖਤਰਨਾਕ ਇਹ ਹੋ ਸਕਦਾ। ਇਸ ਵਕਤ ਸਾਡੇ ਨਾਲ ਡਾਕਟਰ ਸੁਮਨ ਸਿੰਘ ਨੇ, ਡਾਇਰੈਕਟਰ ਹੈਲਥ ਨੇ ਚੰਡੀਗੜ੍ਹ। ਮੈਮ, ਇਹ ਸਾਰੇ ਸਵਾਲ ਲੋਕ ਤੁਹਾਨੂੰ ਪੁੱਛ ਹੀ ਰਹੇ ਹੋਣੇ ਆਖਿਰਕਾਰ ਕਿ ਜਿਹੜਾ H3N2 ਵਾਇਰਸ ਹੈ ਇਹ ਕਦ ਆਇਆ ਤੇ ਕਿਸ ਤਰੀਕੇ ਨਾਲ ਕਿੰਨਾ ਕੁ ਜਾਨਲੇਵਾ ਇਹ ਸਾਬਿਤ ਹੋ ਸਕਦਾ। H3N2 ਜੀ ਸਵਾਈਨ ਫਲੂ ਦਾ ਇੱਕ ਵੇਰੀਐਂਟ ਹੈ। ਇਹ ਨਵਾਂ ਨਹੀਂ ਆਇਆ ਹੈ, ਪਹਿਲੇ ਵੀ ਪ੍ਰੀਵੀਅਸ ਈਅਰਸ 'ਚ ਵੀ ਟੈਸਟਿੰਗ 'ਚ ਕੋਈ ਇੱਕ ਅੱਧਾ ਕੇਸ H3N2 ਦਾ ਡਾਇਗਨੋਸ ਹੁੰਦਾ ਰਿਹਾ ਹੈਗਾ। ਅੱਜ ਤੱਕ ਜੇ ਤੁਸੀਂ ਦੇਖੋਗੇ ਅੱਜ ਕੱਲ੍ਹ ਬਹੁਤ ਬੁਖਾਰ, ਗਲਾ ਖਰਾਬ, ਜ਼ੁਕਾਮ, ਖਾਂਸੀ और लंबे देर तक गले 'ਚ खराश रहती है, आवाज़ चली जाती है 20-20 दिन तक वीकनेस महसूस होती है। ये सारे जो सिम्पटम्स हैं ये वायरल फीवर दे भी हो सकते हैं, ये कोविड दे भी कॉमन सिम्पटम्स ने, ये फ्लू दे भी हैं, ये स्वाइन फ्लू दे भी हो सकते हैं। काफ़ी फैमिलीज़ 'ਚ सारे घर प्रभावित हो रहे हैं। पर ਇਹਦੇ 'ਚ ਇਹ ਦੇਖਣ 'ਚ ਆਇਆ है कि एक अद्धा दिन बुखार होता है, कुछ दिन जुकाम रहता है, खांसी रहती, पेशेंट ठीक हो जाता है। सिर्फ जो ऐसे केस हैं जिन्हां दा काफ़ी लंबे तक नहीं ठीक होंदे ने उन्हां नूं असीं अगे ट्रीटमेंट और टेस्टिंग वास्ते भेजीदा है, जिस च हुण तक चंडीगढ़ च सिर्फ 2 केस H3N2 दे आए ने और उन्हां चों कोई इदां दी कंडीशन किसी दी भी नहीं आई है जो क्रिटिकल होण या हॉस्पिटलाइजेशन की जरूरत पे। ये जो मौसम है इस च जनरली ये सारियां कंडीशनस देखियां जांदियां। अगर तुसी देखोगे अगर इन्हां दा कोविड टेस्ट भी कराइए तो नेगेटिव आ रहा है और मोस्ट ऑफ द केसेस स्वाइन फ्लू भी नेगेटिव आ रहा है। सो जनरली इट माइट बी अ वायरल फीवर विच रिजॉल्व्स ऑन इट्स ओन। ਯਾਨੀ ਇਹ ਕਹਿ ਸਕਦੇ ਹਾਂ ਕਿ ਤੁਸੀਂ ਜਿਵੇਂ ਸਟਾਰਟਿੰਗ 'ਚ ਕਿਹਾ ਇੱਕ ਵੇਰੀਐਂਟ ਹੈ ਇਹ ਸਵਾਈਨ ਫਲੂ ਦਾ ਤੇ ਪਰ ਘਾਤਕ ਇੰਨਾ ਨਹੀਂ ਹੈਗਾ, ਥੋੜਾ ਘੱਟ ਹੈਗਾ। ਸਾਡੇ ਕੋਲ ਹਲੇ ਤੱਕ ਕੋਈ ਇਦਾਂ ਦਾ ਸੀਰੀਅਸ ਕੇਸ ਨਹੀਂ ਆਇਆ ਹੈ, ਨਾ ਓਪੀਡੀਜ਼ 'ਚ ਨਾ ਐਮਰਜੈਂਸੀ 'ਚ ਜਿਨ੍ਹਾਂ ਨੂੰ ਹਸਪੀਟਲਾਈਜੇਸ਼ਨ ਦੀ ਜਾਂ ਕ੍ਰਿਟੀਕਲ ਕੇਅਰ ਦੀ ਜ਼ਰੂਰਤ। ਪਰ ਮੈਮ ਕਿਉਂ ਸਵਾਲ ਇਹ ਕਿਉਂ ਚੁੱਕੇ ਜਾ ਰਹੇ ਨੇ ਕਿ ਇਹ ਜਾਨਲੇਵਾ ਹੈ? ਕੁਝ ਲੋਕਾਂ ਦੀ ਮੌਤ ਵੀ ਹੋਈ ਹੈ ਦੇਸ਼ 'ਚ ਇਸੀ ਵਾਇਰਸ ਕਰਕੇ। ਉਸ ਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਤੇ ਜਿਨ੍ਹਾਂ ਦੀ ਮੌਤ ਹੋ ਰਹੀ ਹੈ ਕਿਉਂਕਿ ਕੋਵਿਡ ਵੇਲੇ ਵੀ ਇਹ ਕਿਹਾ ਜਾਂਦਾ ਸੀਗਾ ਕਿ ਜਿਨ੍ਹਾਂ ਦੀ ਇਮਿਊਨਿਟੀ ਲੈਸ ਹੈਗੀ ਹੈ, ਜਿਨ੍ਹਾਂ ਨੂੰ ਕੋਈ ਬਿਮਾਰੀ ਹੈਗੀ ਹੈ, ਕੋਈ ਸ਼ੂਗਰ ਦੀ ਪ੍ਰੋਬਲਮ ਹੈਗੀ ਹੈ, ਉਹ ਜ਼ਿਆਦਾ ਵਿਕਟਿਮ ਹੋ ਰਹੇ ਨੇ, ਉਹ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਕੋਵਿਡ ਦੇ। ਕਿ ਇੱਥੇ ਵੀ ਆਹੀ ਚੀਜ਼ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ? ਹੁਣ ਤੱਕ ਜੀ ਗਵਰਨਮੈਂਟ ਆਫ ਇੰਡੀਆ ਤੋਂ 2 ਡੈਥਸ ਡਿਕਲੇਅਰ ਕੀਤੀਆਂ ਹੈ। ਕੋਈ ਵੀ ਤੁਸੀਂ ਅਗਰ ਇਹ ਦੇਖੋਗੇ ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਬਿਮਾਰੀ ਆਉਂਦੀ ਹੈ ਉਹਦੇ 'ਚ ਜੋ ਇੱਕ ਹਾਈਲੀ ਸਸੈਪਟੇਬਲ ਗਰੁੱਪ ਹੁੰਦਾ ਹੈ ਜਿਸ 'ਚ ओल्ड एज है, कोमॉर्बिडिटीज़ हैं, कैंसर पेशेंट हैं या किसी भी होर कारण नाल जिससे ਉਹਦੀ इम्यूनिटी लो है ਉਹਨਾਂ ਦੀ ਸਸੈਪਟੇਬਿਲਿਟੀ ਵੱਧ ਸਕਦੀ ਹੈ और ਉਹ ਐਟ ਰਿਸਕ ਪੇਸ਼ੈਂਟਸ ਕਹਿਲਾਏ ਜਾਂਦੇ ਨੇ। ਇਸ 'ਚ ਵੀ ਅਸੀਂ ਦੇਖਿਆ ਕਿ ਜਿਹੜੀਆਂ 2 ਡੈਥਸ ਹੈ ਉਹਨਾਂ 'ਚੋਂ ਇੱਕ ਕੈਂਸਰ ਪੇਸ਼ੈਂਟ ਸੀ ਔਰ ਪ੍ਰੋਬਬਲੀ ਸੈਕੰਡ ਨੂੰ ਕੋਈ ਕੋਮੋਰਬਿਡਿਟੀ ਸੀ। ਸੋ ਅਸੀਂ ਜੋ ਇੱਕ ਜਨਰਲ ਐਡਵਾਈਜ਼ਰੀ ਇਸ਼ੂ ਕੀਤੀ ਹੈ ਇਹੀ ਐਡਵਾਈਜ਼ਰੀ ਇਸ਼ੂ ਕੀਤੀ ਹੈ ਕਿਉਂਕਿ ਇਹ ਇੱਕ ਐਟ ਰਿਸਕ ਗਰੁੱਪ ਹੁੰਦਾ, ਇਹਨੂੰ ਹਮੇਸ਼ਾ ਹੀ ਕੋਈ ਵੀ ਹੋਰ ਨਾਲ ਪ੍ਰੋਬਲਮ ਹੁੰਦੀ ਹੈ ਤੇ ਇਹਨਾਂ ਦੀ ਸਸੈਪਟੇਬਿਲਿਟੀ ਔਰ ਫਰਟੈਲਿਟੀ ਦੇ ਜ਼ਿਆਦਾ ਚਾਂਸਸ ਰਹਿੰਦੇ ਹਨ। ਸੋ ਅਸੀਂ ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣ ਨੂੰ ਕਹੀਦਾ ਵਿਚ ਆਲਸੋ ਇਨਕਲੂਡਸ ਪ੍ਰੈਗਨੈਂਸੀ ਕਿਉਂਕਿ ਉਹਦੇ 'ਚ ਵੀ ਥੋੜਾ ਮਦਰ ਔਰ ਚਾਈਲਡ ਦਾ ਰਿਸਕ ਰਹਿੰਦਾ ਹੈ। ਬੱਚੇ ਜਿਹੜੇ ਛੋਟੇ ਬੱਚੇ ਨੇ, ਪ੍ਰੈਗਨੈਂਟ ਮਹਿਲਾਵਾਂ ਨੇ ਜਾਂ ਫਿਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਜਿਹੜਾ ਖਾਸ ਧਿਆਨ ਦੇਣ ਦੀ ਲੋੜ ਹੈ। ਬਿਲਕੁਲ। ਸੋ ਜਨਰਲ ਪ੍ਰੀਕਾਸ਼ਨਸ ਜੋ ਅਸੀਂ ਸੋਸਾਇਟੀ ਨੂੰ ਅਦਰਵਾਈਜ਼ ਵੀ ਦੱਸਦੇ ਹਾਂ ਵਿਚ ਇਜ਼ ਸਿੰਪਲ ਥਿੰਗਸ ਲਾਈਕ ਆਪਣੇ ਹੱਥ ਧੋਣੇ, ਅਗਰ ਤੁਹਾਨੂੰ ਜ਼ੁਕਾਮ ਹੈ ਤਾਂ ਬਾਕੀਆਂ ਤੋਂ ਦੂਰ ਰੱਖਣਾ, अपनी टॉयलेटरीज अलग रखनी, अपना टॉवल है, थोड़ा नैपकिन है अलग रखना है, मास्क पाना है, क्राउडेड स्पेस 'ਚ नहीं जाना है जिथे कि बाकी ਨੂੰ ट्रांसमिशन होए। ਇਹੀ ਮੈਂ ਸਵਾਲ ਪੁੱਛਣਾ ਚਾਹੁੰਦਾ ਸੀ ਅਗਲਾ ਕਿ ਜਿਸ ਤਰੀਕੇ ਨਾਲ ਗਾਈਡਲਾਈਨਸ ਉਹ ਦਿੱਤੀਆਂ ਗਈਆਂ ਨੇ ਇਹ ਬਿਲਕੁਲ ਸਿਮਿਲਰ ਨੇ ਜਿਵੇਂ ਕੋਵਿਡ ਵੇਲੇ ਦੀ ਸੀਗੀਆਂ ਤੇ ਜਿਵੇਂ ਕੋਵਿਡ ਦਾ ਅਸਰ ਹੋਇਆ ਉਸੇ ਤਰੀਕੇ ਨਾਲ ਅਸਰ ਹੋਏਗਾ ਇਸ ਦਾ, ਇਸ ਕਰਕੇ ਇਹ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਜਾਂ ਫਿਰ सिम्पटम्स भी सेम ही ने? देखिए 2 डिजीजेज आप अलग बात कर रहे हो, कोविड अलग है, H1N1 अलग है, H3N2 अलग है। कोविड
ਚ ਜੇ ਤੁਸੀਂ ਤਿੰਨੋਂ ਵੇਵਸ ਚ ਦੇਖਿਆ ਹੋਵੇਗਾ ਕਿ ਜਦ ਵੇਵ ਆਂਦੀ ਸੀ ਸਡਨਲੀ ਦਾ ਕੇਸਸ ਵੁੱਡ ਰਾਈਜ਼, ਉਹਦਾ ਟ੍ਰਾਂਸਮਿਸ਼ਨ ਰੇਟ ਇੰਨਾ ਜ਼ਿਆਦਾ ਹਾਈ ਹੁੰਦਾ ਸੀ ਕਿ ਦਿਨਾਂ ਦੇ ਵਿੱਚ ਉਹ 100 ਤੋਂ 200 ਤੋਂ 300 ਐਦਾਂ ਵੱਧ ਜਾਂਦੇ ਸੀ ਕੇਸਸ। ਇੱਥੇ ਐਦਾਂ ਦਾ ਨਹੀਂ ਹੈ, ਇੰਨਾ ਹਾਈ ਟ੍ਰਾਂਸਮਿਸ਼ਨ ਰੇਟ ਨਹੀਂ ਹੈ। ਅਗਰ ਫੈਮਿਲੀ 'ਚ ਇੱਕ ਨੂੰ ਹੁੰਦਾ ਹੈ ਪੋਸੀਬਲੀ ਇਟ ਇਜ਼ ਟ੍ਰਾਂਸਮਿਟਡ ਟੂ ਨੀਅਰ ਇਮੀਡੀਏਟ ਫੈਮਿਲੀ, ਪਰ ਇਹ ਨਹੀਂ ਹੈ ਕਿ ਜਿੰਨੇ ਜਾਣ ਪਛਾਣ ਦੇ ਲੋਕ ਹੈ ਜਾਂ ਜੋ ਵੀ ਕੰਟੈਕਟ 'ਚ ਆਇਆ ਉਹ ਫॉर श्योर ਇਨਫੈਕਟਡ ਹੋਏਗਾ। ਸੋ ਸਾਨੂੰ ਉਨੀ ਉਸ 'ਚ ਕੇਅਰ ਕਰਨ ਦੀ ਲੋੜ ਨਹੀਂ ਹੈ, ਪਰ ਅਗਰ ਅਸੀਂ ਬੇਸਿਕ ਪ੍ਰੀਕਾਸ਼ਨਸ ਕਰੀਏ ਤੇ ਆਪਣੇ ਆਪ ਨੂੰ ਬਚਾਅ ਹਮੇਸ਼ਾ ਹੀ ਟ੍ਰੀਟਮੈਂਟ ਤੋਂ ਬੈਟਰ ਰਹਿੰਦਾ ਹੈ। ਮੈਮ ਆਖਰੀ ਸਵਾਲ ਹੋਏਗਾ, ਲੋਕਾਂ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਹੈ, ਬਸ ਆਪਣਾ ਧਿਆਨ ਰੱਖਣ। ਮੈਂ ਫਿਰ ਵੀ ਕਹਾਂਗੀ ਜੀ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਅਗਰ ਛੋਟੀ ਛੋਟੀ ਚੀਜ਼ਾਂ ਨਾਲ ਸਾਡਾ ਬਚਾਅ ਹੁੰਦਾ ਤਾਂ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ। ਹੱਥ ਧੋਣ ਤੋਂ, ਮਾਸਕ ਲਗਾਉਣ ਤੋਂ, ਥੋੜੀ ਪ੍ਰੀਵੈਂਸ਼ਨ ਕਰਨ ਤੋਂ, ਕਰਾਊਡਡ ਸਪੇਸ 'ਚ ਨਾ ਜਾਣ ਤੋਂ, ਔਰ ਸਭ ਤੋਂ ਜ਼ਰੂਰੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿਆਦਾ ਤਬੀਅਤ ਖਰਾਬ ਹੈ, ਪਲੀਜ਼ ਰਿਪੋਰਟ ਟੂ ਅ ਇੰਸਟੀਟਿਊਟ, ਪਲੀਜ਼ ਕਮ ਟੂ ਦ ਹਸਪੀਟਲ, ਗੈਟ ਯੋਰਸੈਲਫ ਟ੍ਰੀਟਡ ਅਰਲੀ। ਧੰਨਵਾਦ। ਸਾਡੇ ਨਾਲ ਗੱਲ ਕਰੇ ਤਾਂ ਇਹ ਸੀਗੇ ਡਾਇਰੈਕਟਰ ਹੈਲਥ ਚੰਡੀਗੜ੍ਹ ਡਾਕਟਰ ਸੁਮਨ ਸਿੰਘ, ਜਿਹੜੇ ਕਿ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇੱਕ ਵੇਰੀਐਂਟ ਹੈਗਾ ਸਵਾਈਨ ਫਲੂ ਦਾ, ਪਰ ਇੰਨਾ ਡੈਡਲੀ ਨਹੀਂ ਹੈ ਜਿੰਨਾ ਕਿ ਬਣਾ ਦਿੱਤਾ ਗਿਆ। ਹਾਂ, ਇਹ ਜ਼ਰੂਰ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਇਸ ਕਰਕੇ ਪ੍ਰੀਵੈਂਟ ਕਰੋ, ਮਾਸਕ ਪਾ ਕੇ ਰੱਖੋ, ਜਿਹੜੇ ਕਰਾਊਡਡ ਪਲੇਸਿਸ ਹੈ ਉੱਥੋਂ ਦੂਰੀ ਬਣਾ ਕੇ ਰੱਖੋ, ਪਰ ਨਾਲ ਦੇ ਨਾਲ ਆਪਣਾ ਧਿਆਨ ਜ਼ਰੂਰ ਰੱਖੋ ਤਾਂ ਕਿ ਤੁਹਾਨੂੰ ਇਹ ਚੀਜ਼ ਨਾਲ ਲੱਗੇ, ਕਿਉਂਕਿ ਜੇ ਇਹ ਇਫੈਕਟ ਕਰੇਗੀ ਫਿਰ ਹੋ ਸਕਦਾ ਤੁਹਾਡੇ ਪਰਿਵਾਰ ਵਾਲੇ ਨੂੰ ਵੀ ਕਰੇ। ਇਸ ਕਰਕੇ ਜਿੰਨਾ ਬਚ ਸਕਦੇ ਹੋ ਇਸ ਤਰੀਕੇ ਦੀ ਜਿਹੜੇ ਵਾਇਰਸ ਨੇ ਉਹਨਾਂ ਤੋਂ ਬਚੋ। ਕੈਮਰਾ ਪਰਸਨ ਸਚਿਨ ਦੇ ਨਾਲ ਬਜ਼ਮ ਵਰਮਾ, ਡੇਲੀ ਪੋਸਟ ਚੰਡੀਗੜ੍ਹ। डेली पोस्ट, पंजाब, हरियाणा, हिमाचल, जर्नलिज्म ऑफ होप।